दंडोत बंदने नकबार सर्व कला समरथ ढोलते ढोलते राखो प्रभु नानक दे कर हाथ द्वादश पुरख आद से द्वादश पुरख आद से सब हर के शब्द अनंति आए हैं शब्द अनंति आए हैं आगे हैं याही कुलते प्रगट हो ताही कुल को नाम कुल द्वादश रंग को मेरी है बसंत रुत महक गई मेरा सतगुर चीनी वाला सतगुरु राम संग परपूर्ण अवतार संत खालसा साजा जन अपनी कृपा सतगुरु की दीवाना
ਜੀਓ, ਆਓ ਜਿੰਨੇ ਵੀ ਇੱਥੇ ਭਾਈ ਸਾਹਿਬ ਸੰਗਤ ਦੇ ਰੂਪ ਵਿੱਚ ਬੈਠੇ ਨੇ, ਸਾਰਿਆਂ ਨੇ ਮਨ ਬਿਰਤੀ ਨੂੰ ਇਕਾਗਰ ਕਰਨਾ, ਰਸਨਾ ਨੂੰ ਪੂਰਨ ਕਰਨਾ। ਸਭ ਨੇ ਗੱਜ ਕੇ ਆਖਣਾ ਧੰਨ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਇੱਕ ਵਾਰੀ ਫਿਰ ਸਾਰਿਆਂ ਨੇ ਕਿਰਪਾ ਕਰਨੀ ਹੈ, ਉਹਨਾਂ ਸਤਿਗੁਰਾਂ ਨੂੰ ਯਾਦ ਕਰਨਾ ਹੈ ਜਿਨ੍ਹਾਂ ਦਾ ਪ੍ਰਕਾਸ਼ ਪੁਰਬ 206ਵਾਂ ਬੜੀ ਧੂਮਧਾਮ ਨਾਲ ਹਰਿਆਣਾ, ਪੰਜਾਬ, ਪੂਰੇ ਦੇਸ਼ ਵਿੱਚ, ਮੈਂ ਕਹਿੰਦਾ ਵਿਦੇਸ਼ਾਂ ਵਿੱਚ ਵੀ ਮਨਾਇਆ ਜਾ ਰਿਹਾ ਹੈ, ਜਿਨ੍ਹਾਂ ਦੀ ਬਾਬਤ ਸਾਡੇ ਕਵੀ ਨਿਹਾਲ ਸਿੰਘ ਜੀ ਕਾਦਰਾਬਾਦੀ ਲਿਖਦੇ ਨੇ, ਕਹਿੰਦੇ ਨੇ ਰਾਮ ਕਹਿਤ ਜਗ ਥੋਤ ਹੋਏ, ਸੁਭ ਕਹਿਤ ਪਹਿਆਨ, ਤਾਤੇ ਨਿਤ ਨਿਤ ਮੰਤ ਜਪ, ਰਾਮ ਸਿੰਘ ਚਰਨਾਂ ਤੇ ਨਤਮਸਤਕ ਹੋਈਏ, ਸਭ ਗੱਜ ਕੇ ਆਖੀਏ ਧੰਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਤੇ ਜਿਨ੍ਹਾਂ ਦਾ ਅਸੀਂ 54 ਸਾਲ ਲਾਹਾ ਕੱਢਿਆ, ਰੱਜ ਕੇ ਦਰਸ਼ਨ ਕੀਤੇ ਨੇ ਸਾਰਿਆਂ ਨੇ, ਅਥਾਹ ਸੁਖ ਪ੍ਰਾਪਤ ਕੀਤਾ ਦਰਸ਼ਨਾਂ ਨਾਲ। ਆਓ ਉਹਨਾਂ ਨੂੰ ਸਤਿਗੁਰਾਂ ਨੂੰ ਵੀ ਆਪਣੇ ਮਨ ਹਿਰਦੇ ਵਿੱਚ ਵਸਾਈਏ, ਚਰਨਾਂ ਤੇ ਨਤਮਸਤਕ ਹੋਈਏ, ਸਭ ਗੱਜ ਕੇ ਆਖੀਏ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਤੇ ਹੁਣ ਅਸੀਂ ਆਪਣੇ ਸਾਰੇ ਕੀਤੇ ਹੋਏ ਕਾਰਜਾਂ ਨੂੰ ਸਫਲ ਕਰਨਾ ਹੈ। ਇਹ ਕਿਸ ਤਰ੍ਹਾਂ ਸਫਲ ਹੁੰਦੇ ਨੇ? ਜਦੋਂ ਸਮੇਂ ਦੇ ਸਤਿਗੁਰ ਦੀ ਮੋਹਰ ਲੱਗਦੀ ਹੈ ਤਾਂ ਫਿਰ ਮਨੁੱਖ ਦਾ ਕਾਰਜ ਸਫਲ ਹੁੰਦਾ ਵੇਖਿਆ। ਜਦੋਂ ਮਨੁੱਖ ਦਾ ਕਾਰਜ ਸਫਲ ਹੁੰਦਾ ਵੇਖਿਆ ਗਿਆ ਤਾਂ ਫਿਰ ਮਨੁੱਖ ਦਾ ਜੀਵਨ ਵੀ ਸਫਲ ਹੁੰਦਾ ਵੇਖਿਆ। ਆਓ ਆਪਣੇ ਕੀਤੇ ਹੋਏ ਕਾਰਜਾਂ ਨੂੰ ਸਫਲ ਕਰੀਏ, ਮਨੁੱਖੀ ਜੀਵਨ ਨੂੰ ਸਫਲ ਕਰੀਏ, ਉਸ ਸਤਿਗੁਰ ਨੂੰ ਯਾਦ ਕਰੀਏ। ਕੈਸਾ ਹੈ ਉਹ ਸਤਿਗੁਰ, ਕਿੰਨਾ ਬਲਸ਼ਾਲੀ, ਕਿੰਨਾ ਤਾਕਤਵਰ। ਕਿਸੇ ਕਵੀ ਨੇ ਲਿਖਿਆ ਤੇਰਾ ਨਾਮ ਲਿਆ ਬੇੜਾ ਪਾਰ ਹੋਇਆ, ਤੁਹਾਰੀ ਹੋਈ ਦ੍ਰਿੜਤਾ ਜਿੱਤ ਗਈ, ਆਪਣੀ ਸੰਸਾਰ ਚ ਪੂਜਨਾ ਸੀ, ਹਰੀ ਗਾਸ ਦੀ ਲਗਟ ਗਈ, ਜਿਹਦੇ ਨਾਮ ਚੰਗੀਆਂ ਵਡਿਆਈਆਂ ਨੇ, ਤੇ ਉਹਦੀ ਦੀਦ ਦਾ ਪਤਾ ਨਹੀਂ ਮਨ ਕੀ ਹੈ, ਸ਼ਾਂਤ ਮੂਰਤੀ ਦਾ ਕੁਛ ਨਹੀਂ ਕਰ ਸਕਦਾ, ਉਹਦੇ ਲੱਖਾਂ ਬਖੁਟਾਂ ਦੇ ਕਰਦਾ। ਆਓ ਉਸ ਸ਼ਾਂਤ ਮੂਰਤੀ ਨੂੰ ਆਪਣੇ ਮਨ ਹਿਰਦੇ ਵਿੱਚ ਵਸਾ ਕੇ ਆਪਣਾ ਮਨੁੱਖੀ ਜੀਵਨ ਸਫਲ ਕਰੀਏ। ਇੱਕ ਵਾਰੀ ਸਭ ਗੱਜ ਕੇ ਆਖੋ ਧੰਨ ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ, ਉਹਨਾਂ ਦੇ ਹੁਕਮ ਅਨੁਸਾਰ ਸਾਰੇ ਅਸੀਂ ਜੁੜ ਕੇ ਇੱਥੇ ਸਤਿਗੁਰੂ ਦਾ ਹਰਜਸ ਕਰ ਰਹੇ ਹਾਂ। ਨਾਮ ਸਿਮਰਨ ਹੋ ਰਿਹਾ ਹੈ, ਭਜਨ ਬੰਦਗੀ ਹੋ ਰਹੀ ਹੈ, ਸਭ ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ। ਸੋ ਆਪ ਸਭ ਜਿੰਨੇ ਵੀ ਮਾਈ ਭਾਈ ਇੱਥੇ ਜਿਤਨੇ ਵੀ ਸਮੇਂ ਤੱਕ ਬੈਠੇ ਹੋ, ਰਸਨਾ ਨਾਲ ਨਾਮ ਸਿਮਰਨ ਕਰੋ ਤੇ ਕੰਨਾਂ ਨਾਲ ਸਤਿਗੁਰੂ ਦਾ ਹਰਜਸ ਸੁਣੋ। ਇਹ ਕਰਮ ਜਿਹੜਾ ਸਭ ਤੋਂ ਗੁਰਸਿੱਖੀ ਸਮਾਜ ਵਿੱਚ ਉੱਚਾ ਦੱਸਿਆ ਗਿਆ ਹੈ। ਤਾਂ ਸਾਡੇ ਵੱਡੇ ਭਾਗ ਨੇ ਜਿਹੜੇ ਜੁੜ ਕੇ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਇਹ ਕਾਰਜ ਕਰਨ ਰਹੇ ਆ। ਇਹ ਜੋ ਸਮਾਂ ਚੱਲ ਰਿਹਾ ਅੱਜ ਕੱਲ੍ਹ ਦਾ ਫੱਗਣ ਦਾ ਮਹੀਨਾ ਜਿਹੜਾ ਹੈ, ਇਸ ਮਹੀਨੇ ਇੱਕ ਬਹੁਤ ਹੀ ਮਹਾਨ ਸ਼ਖਸੀਅਤ ਇਲਾਹੀ ਜੋਤ ਇਸ ਸੰਸਾਰ 'ਚ ਆਈ ਹੈ, ਜਿਸ ਨੂੰ ਅਸੀਂ ਰਾਮ ਸਿੰਘ, ਸਤਿਗੁਰੂ ਰਾਮ ਸਿੰਘ ਨਾਮ ਤੇ ਜਾਣਦੇ ਹਾਂ।
ईस्वी माघ सुदी पंचमी 1872 विक्रमी दिन वीरवार वाले दिन इस संसार पे बाबा जसा सिंह ते माता सदा कौर के घर इन्होंने आके भाग लाया। इन्होंने बड़िया खुशियां हुई ने उन्होंने समय के संसार का जोड़ा वो अंधेरा सी वो खत्म हो गया। उजाला ही उजाला, रोशनाइयां ही रोशनाइयां हो गई ने सारे सिखों समय से। सो सतगुरु की बाबत सतगुरु राम सिंह सच्चे पातशाह एक ऐसा नाम संसार में दसिया जरा जुगों तो आन के मनुख का भला करता है। ये अज तो नहीं, जुगों तो ये भला करता है। ये नाम जड़ा इस बाबत किसी कवि ने लिखा राम संग नाम लोक रसना पुत्र पई। राम संग नाम लोक हृदय हर खायो है। राम संग नाम लोक जन को पक गया। नाम जो ऐसा पवित्र ते पावन नाम दसिया गया जिन्हें भी इसको जपया संसार तो उनका बेड़ा पार हो गया। सारा संसार जना के घर तो भजदा फिरदा पर सतगुरु ने भाई ये नाम जप लेगा तो फिर जुगा के मार तो भी बच जाएगा। प्रमाण दिता इस गल का कहते तारा जहान लया अभिमान जिन्नी दर्शन पाया तो जिन्नी को धन गया तेन जम नेड़ ना आया। आओ असं भी अपने इस मनुखी जन्म धन कह रही सतगुरु का नाम लैके
ਸੌਖਾ ਰਸਤਾ ਦੱਸਿਆ। ਵੇਖੋ ਗੁਰਬਾਣੀ ਨੇ ਸਤਿਗੁਰੂ ਧੰਨ ਆਖੋ ਤੇ ਆਪਣਾ ਮਨੁੱਖੀ ਜਨਮ ਜਿਹੜਾ ਉਹ 84 ਦੇ ਗੇੜ ਤੋਂ ਮੁਕਾ ਲਓ। ਸੋ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਮਾਨਵਤਾ ਦਾ ਭਲਾ ਕਰਨ ਵਾਸਤੇ, ਗੋ ਗਰੀਬਤਾ ਕਸ਼ ਦੂਰ ਕਰਨ ਵਾਸਤੇ ਉਹ ਇਲਾਹੀ ਜੋਤ 3 ਫਰਵਰੀ ਨੂੰ ਸੰਸਾਰ ਤੇ ਜਦੋਂ ਆਈ, ਕੈਸਾ ਸਮਾਂ ਸੀ ਉਦੋਂ, ਕਿਉਂ ਨਾ ਪਿਆ ਇਹਨਾਂ ਨੂੰ, ਤੇ ਆ ਕੇ ਫਿਰ ਕੀ ਕੀਤਾ। ਆਓ ਇਹਨਾਂ ਕਾਰਜਾਂ ਦੇ ਥੋੜਾ ਜਿਹਾ ਅਸੀਂ ਚਾਨਣਾ ਪਾਉਣਾ। ਗਿਆਨੀ ਕਰਤਾਰ ਸਿੰਘ ਜਿਹੜੇ ਕਲਾਸ ਵਾਲੇ ਨੇ, ਉਹ ਉਸ ਸਮੇਂ ਦੀ ਬਾਬਤ ਕੁਝ ਦੱਸਦੇ ਨੇ ਵੀ ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਾਬਤ ਸੂਰਤ ਮੂਰਤ ਸਿੱਖ ਬਣਾਏ ਸਨ, ਉਹਨਾਂ ਦਾ ਬਾਅਦ ਚੋਂ ਕੀ ਹਾਲ ਹੋਇਆ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਜਾਣ ਤੋਂ ਬਾਅਦ, ਕਿਉਂਕਿ ਉਹਨਾਂ ਦੇ ਹੁੰਦੇ ਗੁਰਸਿੱਖ ਘਰਾਣੇ ਜਿਹੜੇ ਸਨ, ਉਹਨਾਂ ਦੀਆਂ ਬੜੀਆਂ ਉੱਚੀਆਂ ਉੱਚੀਆਂ ਮਰਿਆਦਾ ਸਨ। ਸਵੇਰੇ ਸਣੇ ਕੇ ਅਸੀਂ ਇਸ਼ਨਾਨ ਕਰਨਾ, ਭਜਨ ਬੰਦਗੀ ਕਰਨੀ, 5 ਬਾਣੀਆਂ ਦਾ ਪਾਠ ਕਰਨਾ, ਇਹ ਸਾਰੇ ਕਾਰਜ ਕਰਕੇ ਤੇ ਫਿਰ ਜਲ ਪਾਣ ਜਿਹੜਾ ਗ੍ਰਹਿਣ ਕਰਦੇ ਸਨ। ਪਰ ਇਹਨਾਂ ਦੇ ਜਾਣ ਤੋਂ ਬਾਅਦ ਸਿੱਖੀ ਦਾ ਬਹੁਤ ਬੁਰਾ ਹਾਲ ਹੋਇਆ ਹੈ। ਤੇ ਉਦੋਂ ਸਿੱਖ ਰਾਜ ਸੀ, ਪਰ ਕੋਈ ਗੁਰਸਿੱਖ ਮਰਿਆਦਾ ਨਹੀਂ ਸੀ ਸਾਹਮਣੇ ਨਜ਼ਰ ਆਉਂਦੀ ਉਹਨਾਂ ਸਮਿਆਂ 'ਚ, ਕਿਉਂਕਿ ਸਿੱਖ ਪਤਿਤ ਹੋ ਗਏ ਸਨ। ਸਿੱਖ ਰਾਜ ਦੇ ਵਿੱਚ ਇਹਨਾਂ ਦੇ ਘਰ ਘਰ ਜਿਹੜੀਆਂ ਉਹ ਕੰਜਰੀਆਂ ਨਚਾਉਣੀਆਂ ਸ਼ੁਰੂ ਕਰਤੀਆਂ, ਸ਼ਰਾਬਾਂ ਪੀਣੀਆਂ ਸ਼ੁਰੂ ਕਰਤੀਆਂ, ਨਸ਼ਿਆਂ ਦੇ ਆਦੀ ਹੋ ਗਏ ਉਹਨਾਂ ਸਮਿਆਂ ਦੇ ਵਿੱਚ। ਤਾਂ ਗਿਆਨੀ ਕਰਤਾਰ ਸਿੰਘ ਕਲਾਸਵਾਲੀਏ ਜਿਹੜੇ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਨ, ਉਹਨਾਂ ਨੇ ਇਹ ਇਤਿਹਾਸ ਲਿਖਿਆ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਜਦੋਂ ਆਏ, ਉਹ ਕੈਸਾ ਸਮਾਂ ਸੀ। ਕਹਿੰਦੇ ਨੇ ਸਮੇਂ ਦੀ ਪੁਚਾਰ ਨੇ ਪੁਚਾਰਾਂ ਦਾ ਜੋਸ਼ ਵਿੱਚ, ਸਿੱਖ ਨਾ ਸਹਾਰ ਸਕੇ ਰਾਜ ਭਾਗ ਪਾਇਆ ਸੀ। ਜਦੋਂ ਸਿੱਖ ਰਾਜ ਹੋਇਆ ਨਾ, ਤਾਂ ਫਿਰ ਕੁਦਰਤੀ ਜਦੋਂ ਇਨਸਾਨ ਦੇ ਹੱਥ 'ਚ ਤਾਕਤਾਂ ਹੁੰਦੀਆਂ ਨੇ ਤੇ ਫਿਰ ਨਾਲ ਹੀ ਕਹਿੰਦੇ ਨੇ ਵੀ ਸੁੱਖ ਦੇ ਨਾਲ ਦੁੱਖ ਵੀ ਨਾਲ ਹੀ ਫਿਰ ਆਉਣਾ ਸ਼ੁਰੂ ਹੋ ਜਾਂਦਾ ਹੈ। ਭਾਵ ਇਹਨਾਂ ਨੂੰ ਹੰਕਾਰ ਹੋ ਗਿਆ ਤੇ ਨਸ਼ਿਆਂ ਦੇ ਆਦੀ ਹੋ ਗਏ। ਜਿੰਨੇ ਵੀ ਜਿਹੜੇ 5 ਕਕਾਰਾਂ ਦੇ ਧਾਰਨੀ ਸਨ, ਪਹਿਲਾਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਵੇਲੇ ਗੁਰਸਿੱਖ ਪਰਿਵਾਰ, ਉਹ ਸਾਰੇ 5 ਕੁਰੀਤੀਆਂ ਦੇ ਧਾਰਨੀ ਹੋ ਗਏ ਨੇ ਉਹਨਾਂ ਸਮਿਆਂ ਦੇ ਵਿੱਚ। ਗਿਆਨੀ ਜੀ ਕਹਿੰਦੇ ਨੇ ਸਮੇਂ ਦੀ ਪੁਚਾਰ ਨੇ ਪੁਚਾ ਲਿਆ ਦੇਸ਼ ਵਿੱਚ, ਜਦ ਸਿੱਖ ਨਾ ਸਹਾਰ ਸਕੇ ਰਾਜ ਭਾਗ ਭਾਰਾ ਸੀ। ਭਾਰਾ ਸੀ ਰੋਕ ਸੋਰ ਫੁੱਟ ਮਾਰੇ ਕੁੱਟ ਕੁੱਟ ਪੁੱਟ ਪੁੱਟ ਬਾਗ, ਸਤਲੁਜ ਵਿੱਚ ਡਾਰਾ ਸੀ। ਡਾਰਾ ਸੇ ਗਵਾਂਢੀਆਂ ਨੇ ਜਾਲਿਆ ਵਿਸ਼ਾਲ ਸਾਰੇ, ਘਰ ਘਰ ਪੈਰ ਆਪ ਅਖੰਡ ਵਿੱਚ ਪਸਾਰਾ ਸੀ। ਸਾਰਾ ਸੀ ਕਰਤਾਰ ਸਿੰਘਾ ਕਿਸੇ ਵੀ ਨਾ ਕਾਜ ਕੋਈ, ਤੇ ਚੱਲ ਕੇ ਪੰਥ ਪੰਥ ਰਾਜ ਭਾਗ ਹਾਰਾ ਸੀ। ਜਦੋਂ ਇਹਨਾਂ ਕੁਰੀਤੀਆਂ ਦੇ ਨਾਲ ਜੁੜ ਗਏ ਸਾਰੇ, ਜਰਾ ਵੀ ਧਿਆਨ ਨਹੀਂ ਕੀਤਾ ਵੀ ਅਸੀਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਿੱਖ ਹਾਂ। ਤਾਂ ਫਿਰ ਉਹ 40 ਸਾਲ ਜਦੋਜਹਿਦ ਕੀਤੀ ਸੀ ਰਾਜ ਭਾਗ ਪ੍ਰਾਪਤ ਕਰਨ ਵਾਸਤੇ, ਤੇ 10 ਸਾਲਾਂ ਦੇ ਵਿੱਚ ਹੀ ਸਾਰਾ ਰਾਜ ਭਾਗ ਜਿਹੜਾ ਉਹ ਤਹਿਸ ਨਹਿਸ ਹੋ ਗਿਆ ਉਹਨਾਂ ਸਮਿਆਂ ਦੇ ਵਿੱਚ, ਕਿਉਂਕਿ ਕੁਰੀਤੀਆਂ ਦੇ ਧਾਰਨੀ ਹੋ ਗਏ ਸਨ। ਨਸ਼ੇ ਕਰਨੇ, ਸ਼ਰਾਬਾਂ ਪੀਣੀਆਂ ਤੇ ਕੰਜਰੀਆਂ ਨਚਾਉਣੀਆਂ ਘਰ 'ਚ। ਉਹਨਾਂ ਸਮਿਆਂ ਤੇ ਫਿਰ ਜਦੋਂ ਵੱਡੇ ਛੋਟੇ ਹਾਕਮ ਜਿਹੜੇ ਜੋ ਆਪਣੀਆਂ ਮਨ ਮਰਜ਼ੀਆਂ ਕਰਨ ਲੱਗ ਪੈਂਦੇ ਨੇ, ਧਰਮ ਨੂੰ ਸਤਾਇਆ ਜਾਂਦਾ, ਦੁਖੀਆਂ ਨੂੰ ਦੁਖਾਇਆ ਜਾਂਦਾ, ਗਰੀਬ ਜਿਹੜੇ ਨੇ
ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ, ਤਾਂ ਫਿਰ ਉਹਨਾਂ ਸਮਿਆਂ ਦੇ ਵਿੱਚ ਜਗਤ ਕਰਤਾ ਜਿਹੜਾ ਹੈ ਆਪਣੇ ਕਿਸੇ ਨਾ ਕਿਸੇ ਮਹਾਂਪੁਰਸ਼ ਨੂੰ ਭੇਜਦਾ ਹੈ। ਸੋ ਇਸ ਬਾਬਤ ਸਾਡੇ ਜਿਹੜੇ ਪੰਥ ਦੇ ਮਹਾਨ ਇਤਿਹਾਸਕਾਰ ਬਾਲਕ ਜੀ ਸਨ, ਉਹਨਾਂ ਨੇ ਇਹ ਲਿਖਿਆ ਕਿ ਮੈਂ ਕਦੋਂ ਆਇਆ ਸਤਿਗੁਰੂ ਇਸ ਸੰਸਾਰ ਦੇ ਉੱਤੇ। कहते हैं कि बाकी खिलाड़ियां लेके जमीन पर जब शैतान आता है, हुकूमत के हाकिमों में जब जुर्मे तूफान आता है, मजलूमों की चीखें हिलाती है अर्श को बालन, तब छोड़ते इंसान में भगवान आता है। ਗਿਆਨੀ ਕਰਤਾਰ ਸਿੰਘ ਫਿਰ ਲਿਖਦੇ ਨੇ ਅੱਗੇ, ਕਹਿੰਦੇ ਨੇ ਉਹਨਾਂ ਸਮਿਆਂ ਵਿੱਚ ਫਿਰ ਭੈਣੀ ਸਾਹਿਬ ਐਸਾ ਅਵਤਾਰ ਆਇਆ, ਕਲਾ ਕਰਤਾਰੀ ਮਹਾਰਾਜ ਨੇ ਜਗਾਈ ਜੋਤ, ਕਲਾ ਕਰਤਾਰੀ ਮਹਾਰਾਜ ਨੇ ਜਗਾਈ ਜੋਤ, ਪੈਰ ਪਿੰਡ ਪਾਇਓ ਇੱਕ ਪਾਨ ਵਿਜਿਆ ਸੀ। ਉਹਨਾਂ ਸਮਿਆਂ ਵਿੱਚ ਫਿਰ ਗਿਆਨੀ ਜੀ ਕਹਿੰਦੇ ਨੇ ਵੀ ਭੈਣੀ ਸਾਹਿਬ ਚ ਫਿਰ ਇੱਕ ਐਸਾ ਅਵਤਾਰ ਆਇਆ ਜਿਹਦੇ ਆਉਣ ਨਾਲ ਉਹ ਅਗਿਆਨਤਾ ਰੂਪੀ ਜਿਹੜਾ ਅੰਧੇਰਾ ਉਹ ਦੂਰ ਹੋਇਆ। ਕਹਿੰਦੇ ਨੇ ਕੈਸਾ ਸੀ ਉਹ, ਪੂਰਨ ਪ੍ਰਤਾਪੀ ਨਾਮ ਜਾਪੀ ਤਾਪੀ ਥਾਪੀ ਸਿੱਖੀ ਸਾਖ, ਜਗ ਤੇ ਵਜਾਇਆ ਜਿਸ ਨਾਮ ਦਾ ਨਗਾਰਾ ਸੀ। ਚੋਰੀ ਜਾਈ ਠੱਗੀ ਵਾਲਾ ਗਾਰਾ ਸੀ ਜੋ ਪਿੰਡਾਂ ਵਿੱਚ ਨਾਮ ਰੂਪੀ ਜਲ ਪਾਏ ਗੁਰਾਂ ਧੋਏ ਡਾਰਾ ਸੀ। ਸਤਿਗੁਰਾਂ ਫਿਰ
ਨਾਮ ਦਾ ਛੱਟਾ ਦੇ ਕੇ ਤਾਂ ਫਿਰ ਸੰਸਾਰ ਦੇ ਵਿੱਚ ਉਹ ਜਿਹੜੀ ਅਗਿਆਨਤਾ ਦਾ ਹਨੇਰਾ ਫੈਲਿਆ ਸੀ ਉਹਨੂੰ ਆਣ ਕੇ ਦੂਰ ਕੀਤਾ। ਬਚਪਨ ਤੋਂ ਹੀ ਸਤਿਗੁਰੂ ਨਾਨਕ ਸਿੰਘ ਸੱਚੇ ਪਾਤਸ਼ਾਹ ਬੜੇ ਕੋਤਕ ਕਰ ਕਰਕੇ ਵਿਖਾਏ ਨੇ। ਸੰਮਤ 1800 ਸਾਲ ਬਹਤਰੇ ਦੀ ਮਾਘ ਪੰਚਮੀ ਸੁਦੀ ਪ੍ਰਧਾਨ ਸਮਝੋ। ਖੰਡਨ ਸੰਮਤ 1800 ਸਾਲ ਬਹਤਰੇ ਦੀ ਮਾਘ ਪੰਚਮੀ ਸੁਦੀ ਪ੍ਰਧਾਨ ਸਮਝੋ। ਰਾਈਆਂ ਭਾਣੀ ਜ਼ਿਲ੍ਹਾ ਲੁਧਿਆਣਾ ਰਾਮਗੜੀਆ ਦਾ ਖਾਨਦਾਨ ਸਮਝੋ। ਪਿਤਾ ਜਸਾ ਸਿੰਘ ਸਦਾ ਕੋਲ ਮਾਤਾ ਪ੍ਰਗਟ ਹੋਈ ਇਹ ਜੋਤ ਭਗਵਾਨ ਸਮਝੋ। ਬਾਲ ਲੀਲਾ ਸਤਿਗੁਰਾਂ ਦੀ ਬਹੁਤ ਭਾਰੀ ਕਿਵੇਂ ਲਿਖਾ ਸਾਰਾ ਦਾਸਤਾਨ ਸਮਝ ਲੋ। ਜਦੋਂ ਫਿਰ ਅਵਤਾਰ ਹੋਇਆ ਫਿਰ ਸਾਰੇ ਪਾਸੇ ਰੋਸ਼ਨਾਈਆਂ ਹੋਈਆਂ ਨੇ। ਦਿੱਲੀ ਪੰਜਾਬ ਹਰਿਆਣਾ ਜਿੱਥੇ ਜਿੱਥੇ ਵੀ ਸੰਗਤਾਂ ਨੂੰ ਪਤਾ ਲੱਗਾ ਫਿਰ ਸੰਗਤਾਂ ਜਿਹੜੀਆਂ ਨੇ ਦਰਸ਼ਨਾਂ ਨੂੰ ਹੁਮ ਹੁਮਾ ਕੇ ਆਈਆਂ ਸਾਰੇ ਸੰਸਾਰ ਚ ਖਬਰ ਫੈਲ ਗਈ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਆਉਣ ਦੀ। ਜਿਸ ਮਾਰਗ ਲੱਭਿਆ ਹੈ
सतगुरु राम सिंह सच्चे पातशाह संसार ਵਿੱਚ ਆਏ ਤੇ ਬਸੰਤ ਬਹਾਰ ਵੇਖੋ ਕਿਸ ਤਰ੍ਹਾਂ ਖੜੀ ਉਹਨਾਂ ਸਮਿਆਂ ਦੇ ਵਿੱਚ। ਬਚਪਨ ਦੀ ਹੁਣ ਥੋੜੀ ਗੱਲ ਕਰ ਲੈਂਦੇ ਹਾਂ ਅਸੀਂ। ਬਚਪਨ ਦੇ ਵਿੱਚ ਬੜੇ ਹੀ ਕੌਤਕ ਕਰਦੇ ਰਹੇ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਥੋੜ੍ਹੇ ਸਮਿਆਂ ਤੇ ਜਦੋਂ ਹਜੇ ਰਹਿੰਦੇ ਨਹੀਂ ਸਨ, ਇਹ ਪੇਕੇ ਚਲੇ ਗਏ ਸਨ। ਮਾਤਾ ਜੀ ਇਹਨਾਂ ਨੂੰ ਨਾਲ ਲੈ ਗਏ ਤੇ ਉੱਥੇ ਜਦੋਂ ਬਾਬਾ ਜੱਸਾ ਸਿੰਘ ਜੀ ਲੈਣ ਗਏ ਨੇ ਇਹਨਾਂ ਨੂੰ, ਤੇ ਇਹਨਾਂ ਦੇ ਨਾਨੀ ਜੀ ਜਿਹੜੇ ਕਹਿੰਦੇ ਸਨ ਵੀ ਅਸਾਂ ਨਹੀਂ ਭੇਜਣਾ ਇਹਨਾਂ ਨੂੰ ਹਜੇ। ਤੇ ਬਾਬਾ ਜੀ ਕਹਿੰਦੇ ਨੇ ਕਿਉਂ ਨਹੀਂ ਭੇਜਣਾ? ਕਹਿੰਦੇ ਨੇ ਵੀ ਜਿੰਨੀ ਦੇਰ ਇਹ ਚੱਲਣ ਨਹੀਂ ਨਾ ਲੱਗ ਪੈਣਗੇ ਉਨੀ ਦੇਰ ਅਸਾਂ ਇਹਨਾਂ ਨੂੰ ਹਜੇ ਇੱਥੇ ਰੱਖਣਾ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਐਸਾ ਕੋਟਕ ਵਰਤਾਇਆ, ਇਤਿਹਾਸ ਲਿਖਿਆ ਵੀ ਉਹਨਾਂ ਦੇ ਸਾਹਮਣੇ ਸੱਚੇ ਪਾਤਸ਼ਾਹ ਜੀ ਨੇ 4-5 ਜਿਹੜੇ ਨੇ ਕਦਮ ਚੱਲ ਕੇ ਵਿਖਾਤੇ ਨੇ ਉਹਨਾਂ ਨੂੰ। ਬਾਬਾ ਜੱਸਾ ਸਿੰਘ ਨੇ ਆਖਿਆ ਵੀ ਵੇਖੋ ਉਹ ਤਾਂ ਹੁਣੇ ਅਜੇ ਭੱਜਣ ਨਸਣ ਰਹੇ ਨੇ। ਸੋ ਇਸ ਤਰ੍ਹਾਂ ਦਾ ਸਮਾਂ ਵੀ ਬਚਪਨ 'ਚ ਇਹਨਾਂ ਨੇ ਵਿਖਾਇਆ ਦੁਨੀਆ ਨੂੰ। ਜਦ ਅੱਗੇ ਵਧੇ ਨੇ ਫਿਰ 5 ਸਾਲਾਂ ਦੇ ਹੋਏ ਨੇ ਤੇ ਫਿਰ ਇਹਨਾਂ ਦੀ ਮੰਗਣੀ ਕਰਦੀ ਗਈ ਹੈ। 7 ਸਾਲਾਂ ਦੇ ਹੁੰਦਿਆਂ ਇਹਨਾਂ ਦਾ ਵਿਆਹ ਕਰ ਦਿੱਤਾ ਗਿਆ ਵੇਦ ਰੀਤੀਆਂ ਦੇ ਨਾਲ। ਕਦੀ ਕਦੀ ਇਹ ਖੇਡਣ ਜਾਇਆ ਕਰਦੇ ਸਨ ਬਾਜ਼ਾਰ ਆਪਣੇ ਸਹਿਪਾਠੀਆਂ ਨਾਲ, ਜਿੰਨੇ ਵੀ ਇਹਨਾਂ ਦੇ ਹਾਣੀ ਸਨ। ਤੇ ਉੱਥੇ ਜਾ ਕੇ ਇਹ ਕਦੀ ਅੱਜ ਕੱਲ੍ਹ ਦੇ ਸਮੇਂ ਨੂੰ ਫਿਰ ਗੁੱਲੀ ਡੰਡਾ ਜਾਂ ਕ੍ਰਿਕਟ ਦਾ ਮੈਚ ਨਹੀਂ ਸੀ ਖੇਡਿਆ ਕਰਦੇ ਜਾ ਕੇ। ਉਹਨਾਂ ਸਮੇਂ ਵਿੱਚ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਾਹਰ ਆਪਣੇ ਸਾਥੀਆਂ ਨਾਲ ਜਾਂਦੇ, ਜਾ ਕੇ ਤੇ ਉੱਥੇ ਸੇਬੇ ਦੀਆਂ ਰੱਸੀਆਂ ਲੱਭ ਕੇ ਉਹਨਾਂ ਨੂੰ ਗੰਢਾ ਮਾਰ ਕੇ ਤੇ ਮਾਰ ਬਣਾ ਕੇ ਭਜਨ ਕਰਿਆ ਕਰਦੇ ਸਨ। ਨਾਲੇ ਆਪ ਜਪਣਾ, ਨਾਲੇ ਆਪਣੇ ਸਾਥੀਆਂ ਨੂੰ ਜਪਾਉਣਾ। ਬੜੀਆਂ ਮਰਿਆਦਾ ਬਦਲੀਆਂ ਨੇ ਇਹਨਾਂ ਨੇ। ਬਚਪਨ ਤੋਂ ਹੀ ਉਹਨਾਂ ਦੇ ਵਿਖਾਤਾ ਸੀ ਕਿ ਮਰਿਆਦਾ ਇਹ ਬਦਲਣੀਆਂ ਨੇ। ਅਸਾਂ ਉਹ ਜਿਹੜੀ ਸੇਬਿਆਂ ਦੀ ਮਾਲਾ ਸੀ, ਗੰਢਾ ਮਾਰ ਕੇ ਜਦੋਂ ਮਰਿਆਦਾ ਦੇ ਵਿੱਚ ਵਜੂਦ 'ਚ ਆਈ ਤਾਂ ਫਿਰ ਉਹਨਾਂ ਦੀ ਮਾਲਾ ਤੁਸੀਂ ਹੁਣ ਤੱਕ ਵੇਖ ਤੋਂ ਜਪਦੇ ਆਏ। ਇਹ ਉਹ ਮਾਲਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਿਹੜੀ ਸੇਬਿਆਂ ਦੀ ਗੰਢਾ ਮਾਰ ਕੇ ਰੱਸੀਆਂ ਨੂੰ ਕਰਿਆ ਕਰਦੇ ਸਨ। ਫਿਰ ਕਦੇ ਸਮਾਂ ਬਣਦਾ ਆਪਣੇ ਪਿਤਾ ਜੀ ਦੇ ਨਾਲ ਖੇਤ ਤੇ ਜਾਂਦੇ ਤੇ ਰੱਬਾ ਜਿਹੜਾ ਹੁੰਦਾ ਹੈ ਖੁਦਾਈ ਕਰਨ ਵਾਲਾ ਉਹ ਨਾਲ ਲੈ ਕੇ ਜਾਂਦੇ ਹੁੰਦੇ ਸਨ ਖੇਤਾਂ ਵਿੱਚ ਪੱਠੇ ਪੁੱਠੇ ਕੱਢਣ ਵਾਸਤੇ। ਤੇ ਇਹਨਾਂ ਕੀ ਕਰਨਾ, ਉਥੋਂ ਕੋਈ ਪੱਥਰ ਵਗੈਰਾ ਲੈ ਕੇ ਨਾ ਉਸ ਰੱਬੇ 'ਤੇ ਮਾਰਨਾ ਤੇ ਜੋਟੀਆਂ ਦੇ ਸ਼ਬਦ ਪੜਿਆ ਕਰਦੇ ਸਨ ਉਹਨਾਂ ਸਮਿਆਂ 'ਚ। ਉਹ ਜੋਟੀਆਂ ਦੇ ਸ਼ਬਦ ਵੀ ਜਿਹੜੇ ਜਦੋਂ ਮਰਿਆਦਾ ਵਿੱਚ ਅਮਲੀ ਰੂਪ 'ਚ ਆਏ ਨੇ ਤੇ ਅੱਜ ਨਾਮਧਾਰੀ ਦਰਬਾਰ ਦੇ ਵਿੱਚ ਵੇਖੋ ਉਹ ਜੋਟੀਆਂ ਦੇ ਸ਼ਬਦ ਹਾਲੇ ਦਾ ਰੂਪ ਦੀਵਾਨ ਲੱਗਦੇ ਪਏ ਨੇ। ਅੱਜ ਤੱਕ ਤੁਸੀਂ ਸੁਣਦੇ ਆ ਰਹੇ ਹੋ, ਮਰਿਆਦਾ ਵਿੱਚ ਆ ਗਏ। ਸੋ ਕਹਿਣ ਦਾ ਭਾਵ ਤੇ ਬਚਪਨ ਤੋਂ ਹੀ ਬੜੇ ਕੋਤਕ ਵਿਖਾਏ ਨੇ ਇਹਨਾਂ ਨੇ। ਬੜੀਆਂ ਮਰਿਆਦਾ ਜਿਹੜੀਆਂ ਨੇ ਉਹ ਨਵੀਆਂ ਬਣਾਈਆਂ ਆਣ ਕੇ ਸਮੇਂ ਅਨੁਸਾਰ। ਫਿਰ 9 ਸਾਲ ਦੇ ਜਦੋਂ ਹੋਏ ਨੇ ਆਪਣੇ ਪਿਤਾ ਜੀ ਦੇ ਨਾਲ, ਬੜੇ ਵਧੀਆ ਕਾਰੀਗਰ ਬਣ ਕੇ ਨਾਲ ਕੰਮ ਕਰਾਇਆ ਕਰਦੇ ਸਨ। ਬੜੇ ਉੱਚੇ ਲੰਬੇ ਜਵਾਨ ਗੱਭਰੂ ਜਿਹੇ ਇਹਨਾਂ ਦਾ ਕੱਦ ਜਿਹੜਾ ਹੋਇਆ ਸੀ ਉਹਨਾਂ ਸਮਿਆਂ ਦੇ ਵਿੱਚ। ਫਿਰ ਸਮਾਂ ਥੋੜਾ ਅੱਗੇ ਵਧਿਆ, ਜਦੋਂ 20-21 ਸਾਲ ਦੇ ਹੋਏ ਨੇ ਇਹਨਾਂ ਦੇ ਜਿਹੜੇ ਭਰਮਈਆ ਸਨ ਕਾਬਲ ਸਿੰਘ, ਇਹ ਰਾਏਪੁਰੀਆ ਲੁਧਿਆਣੇ ਦੇ ਕੋਲ ਰਾਏਪੁਰਾ ਹੈਗਾ, ਉੱਥੋਂ ਦੇ ਸਨ। ਇਹ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਤੋਪਚੀ ਲੱਗੇ ਹੋਏ ਸਨ। ਛੁੱਟੀਆਂ 'ਚ ਘਰ ਜਦੋਂ ਆਏ ਨੇ ਇਹਨਾਂ ਵੇਖਿਆ ਬਈ ਇਹ
ਉੱਚਾ ਲੰਮਾ, ਇਹਨੂੰ ਕਿਉਂ ਨਾ ਅਸੀਂ ਫੌਜ ਵਿੱਚ ਭਰਤੀ ਕਰਾ ਦਿੱਤਾ ਜਾਵੇ। ਫੌਜ ਵਿੱਚ ਭਰਤੀ ਕਰਾਤਾ ਗਿਆ ਉਹਨਾਂ ਸਮਿਆਂ ਵਿੱਚ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ 8 ਸਾਲ ਫੌਜ ਵਿੱਚ ਨੌਕਰੀ ਕੀਤੀ ਹੈ। ਪਰ ਫੌਜ ਵਿੱਚ ਵੀ ਜਦੋਂ ਗਏ, ਮਾਤਾ ਨੇ ਜਿਹੜੀ ਗੁਰਤੀ ਬਚਪਨ ਦੀ ਦਿੱਤੀ ਹੋਈ ਸੀ ਭਜਨ ਬੰਦਗੀ ਵਾਲੀ, ਉੱਥੇ ਜਾ ਕੇ ਫੌਜ ਵਿੱਚ ਵੀ ਇਹਨਾਂ ਨੇ ਬੜਾ ਫਿਰ ਭਜਨ ਕੀਤਾ। ਤੇ ਨਾਲ ਜਿਹੜੇ ਨਾਲ ਸਨ ਫੌਜੀ, ਜਿਹੜੇ ਪਲਟਨ ਵਿੱਚ ਕੁਮਰ ਨੌਜਵਾਨ ਪਲਟਨ ਵਿੱਚ ਇਹਨਾਂ ਨੂੰ ਉੱਥੇ ਦਾ ਭਰਤੀ ਕਰਾਇਆ ਗਿਆ। ਸਾਰੇ ਫਿਰ ਭਜਨ ਕਰਿਆ ਕਰਦੇ ਸਨ ਉਹਨਾਂ ਸਮਿਆਂ ਵਿੱਚ। ਫਿਰ ਭਜਨ ਕਰਦੇ ਕਰਦੇ ਫਿਰ ਉਹ ਜਿਹੜੀ ਕੁਮਰ ਨੌਜਵਾਨ ਪਲਟਨ ਸੀ, ਉਹਦਾ ਨਾਂ ਹੀ ਭਗਤਾਂ ਵਾਲੀ ਪਲਟਨ ਪੈ ਗਿਆ। ਜਦੋਂ ਭਗਤਾਂ ਵਾਲੀ ਪਲਟਨ ਪੈ ਗਿਆ ਤੇ ਫਿਰ ਸਾਰਿਆਂ ਨੂੰ ਪਤਾ ਲੱਗ ਗਿਆ ਤੇ ਇਹਨਾਂ ਨੂੰ ਮਸਤਾਨਾ ਜੀ ਕਰਕੇ ਫਿਰ ਆਖਿਆ ਜਾਂਦੇ ਸਨ। ਪਤਾ ਲੱਗ ਗਿਆ ਵੀ ਇਹ ਕੋਈ ਅਲੋਕਾਰੀ ਚਮਤਕਾਰੀ ਮਹਾਂਪੁਰਸ਼ ਨੇ ਜਿਹੜੇ ਸਾਡੀ ਪਲਟਨ ਵਿੱਚ ਆਏ ਨੇ। ਕੁਝ ਸਮਾਂ 3-4 ਸਾਲ ਜਦੋਂ ਲੰਘੇ ਨੇ ਫੌਜ ਦੀ ਨੌਕਰੀ ਕਰਦੇ ਕਰਦੇ, ਤਾਂ ਫਿਰ ਇੱਕ ਦਿਨ ਸ਼ਾਹੀ ਖਜ਼ਾਨਾ ਲੈਣ ਵਾਸਤੇ ਇਹਨਾਂ ਨੂੰ ਫਿਰ ਹਜਰੋਂ ਜਾਣਾ ਪਿਆ। ਉੱਥੇ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਦੀ ਬੜੀ ਇਹਨਾਂ ਨੇ ਸਿੱਧ ਸੁਣੀ ਸੀ ਫੌਜ ਵਿੱਚ ਰਹਿ ਕੇ। ਸੰਤ ਜਗੀਰ ਸਿੰਘ ਜੀ ਗਿੱਲਾਂ ਵਾਲੇ ਇਹਨਾਂ ਦੇ ਨਾਲ ਫੌਜ ਵਿੱਚ ਹੀ ਇਹਨਾਂ ਦੇ ਨਾਲ ਸਹਿਪਾਠੀ ਸਨ, ਸਰਵਿਸ ਕਰਦੇ ਸਨ। ਉਹ ਪਹਿਲਾਂ ਹੀ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰ ਆਏ ਸਨ ਤੇ ਆ ਕੇ ਬੜੀ ਸਿਫਤ ਕਰਿਆ ਕਰਦੇ ਸਨ। ਉਹ ਸਿਫਤ ਜਿਹੜੀ ਸਤਿਗੁਰੂ ਰਾਮ ਸਿੰਘ ਜੀ ਨੂੰ ਵੀ ਲੱਗਣ ਲੱਗੀ। ਜਦੋਂ ਹਜਰੋਂ ਜਾਣਾ ਬਣਿਆ ਤਾਂ ਫਿਰ ਜਾ ਕੇ ਉਹਨਾਂ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਦੇ ਉੱਥੇ ਦਰਸ਼ਨ ਕੀਤੇ ਨੇ। 125 ਸਿੰਘ ਨਾਲ ਲੈ ਕੇ ਗਏ ਨੇ ਦਰਸ਼ਨਾਂ ਦੇ ਕਰਨ ਵਾਸਤੇ। ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜਦੋਂ ਵੇਖਿਆ ਬਈ ਇਹ ਆਏ ਨੇ ਤਾਂ ਫਿਰ ਅੱਗੋਂ ਬਾਹਾਂ ਚੁੱਕ ਕੇ ਤੇ ਫਿਰ ਆਖਿਆ ਵੀ ਆਓ ਠਾਕੁਰ ਜੀ ਤੁਹਾਡਾ ਇੰਤਜ਼ਾਰ ਕਰਨ ਦੇ ਸਨ। ਉਹ ਜਿਹੜੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਗੁਰਤਾ ਵਾਲੇ ਇਮਾਰਤ ਇਹਨਾਂ ਨੂੰ ਦਿੱਤੀ ਸੀ ਸਤਿਗੁਰੂ ਬਾਲਕ ਸਿੰਘ ਜੀ ਨੂੰ, ਤਾਂ ਫਿਰ ਉਹਨਾਂ ਨੇ ਇਹਨਾਂ ਨੇ ਠਾਕੁਰ ਨੂੰ ਫਿਰ ਗੁਰਤਾ ਵਾਲੀ ਇਮਾਰਤ ਭੇਟ ਕੀਤੀ ਵੀ ਅੱਜ ਤੋਂ ਇਹ ਤੁਸੀਂ ਸੰਭਾਲਣੀ ਹੈ। ਨਾਲੇ ਫਿਰ ਨਾਮ ਦਾ ਗੱਫਾ ਦਿੱਤਾ ਹੈ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੂੰ। ਜਿਸ ਤਰ੍ਹਾਂ ਤੁਹਾਨੂੰ ਨਾਮ ਦਾ ਗੱਫਾ ਮਿਲਿਆ, ਜਾ ਕੇ ਤੁਸੀਂ ਵੀ ਇਸੇ ਤਰ੍ਹਾਂ ਵਰਤਾਉਣਾ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਫਿਰ ਫੌਜ ਦੀ ਨੌਕਰੀ ਛੱਡ ਦਿੱਤੀ ਹੈ, ਕਿਉਂਕਿ ਖਾਲਸਾ ਮਲੇਸ਼ ਹੋ ਗਿਆ ਸੀ, ਬੜੇ ਮਾੜੇ ਹਾਲਾਤ ਹੋ ਗਏ ਸਨ। ਮੁਦਗੀ ਦੀ ਜਦੋਂ ਜੰਗ ਹੋਈ ਹੈ, ਇਹਨਾਂ ਨੂੰ ਆਖਿਆ ਸੀ ਜਾਣ ਵਾਸਤੇ, ਤਾਂ ਸੱਚੇ ਪਾਤਸ਼ਾਹ ਆਖਿਆ ਵੀ ਹਾਰ ਕੇ ਆਓਗੇ, ਜਿੱਤ ਨਹੀਂ ਸਕਦੇ। ਅਰਦਾਸ ਕਰਨ ਵਾਸਤੇ ਕਿਹਾ ਤੇ ਅਰਦਾਸ ਨਹੀਂ ਕੀਤੀ। ਸੂਬਾ ਖਾਨ ਸਿੰਘ ਇਹਨਾਂ ਦੇ ਨਾਲ ਹੁੰਦੇ ਸਨ ਇਹਨਾਂ ਦੇ ਕੋਲ। ਉਹਨਾਂ ਆਖਿਆ ਵੀ ਇਹ ਤੇ ਮਸਤਾਨਾ ਕਮਲਾ ਰਮਲਾ ਜਿਹਾ ਹੋ ਗਿਆ, ਚਲੋ ਅਸੀਂ ਚੱਲਦੇ ਹਾਂ, ਇਹਨੂੰ ਇੱਥੇ ਹੀ ਰਹਿਣ ਦਿਓ। ਸਤਿਗੁਰਾਂ ਬਥੇਰਾ ਕਿਹਾ ਵੀ ਮਨ ਜੋ ਕਹਿਣਾ ਵੀ ਅਸੀਂ ਅੱਜ ਇੱਥੋਂ ਬੰਦੂਕਾਂ ਸੁੱਟਣ ਰਹੇ ਹਾਂ ਤੇ ਤੁਹਾਨੂੰ ਕੱਲ ਸੁੱਟਣੀਆਂ ਪੈਣੀਆਂ ਨੇ, ਜਿੱਤ ਕੇ ਨਹੀਂ ਤੁਸੀਂ ਆ ਸਕੋਗੇ। ਪਰ ਨਹੀਂ, ਉਹ ਸੂਬਾ ਖਾਨ ਸਿੰਘ ਆਪਣੀ ਫੌਜ ਪਲਟਨ ਨੂੰ ਨਾਲ ਲੈ ਕੇ ਤੇ ਗਿਆ ਮੁਸਤਕੀ ਦੀ ਜੰਗ ਲੜਨ ਵਾਸਤੇ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਤੇ ਸਾਰੇ ਦੋਵੇਂ ਪਾਸੇ ਫੌਜਾਂ ਪਾਈਆਂ ਨੇ। ਮੁਸਤਕੀ ਦੀ ਜੰਗ ਹੁਣ ਹੋਣ ਲੱਗੀ ਹੈ। ਸਤਿਗੁਰਾਂ ਨੂੰ ਜਿਹੜਾ ਭਜਨ ਕੀਤਾ ਸੀ ਉਹਦਾ ਵੇਖਿਓ ਕਿਸ ਤਰ੍ਹਾਂ ਸੀ ਹੁੰਦਾ। ਸ਼ਾਹ ਮੁਹੰਮਦ ਇੱਕ ਹੋਏ ਨੇ ਬੜੇ ਵੱਡੇ ਲਿਖਾਰੀ ਉਹਨਾਂ ਸਮਿਆਂ ਦੇ, ਉਹ ਲਿਖਦੇ ਨੇ ਉਹਨਾਂ ਸਮਿਆਂ ਨੂੰ, ਕਹਿੰਦੇ ਨੇ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਤੇ ਦੋਵੇਂ ਪਾਸੇ ਫੌਜਾਂ ਪਾਈਆਂ ਨੇ। ਜੇਕਰ ਹੋਵੇ ਸਰਕਾਰ ਦਾ ਮੁੱਲ ਪਾਵੇ, ਜਿਹੜੀਆਂ ਖਾਲਸੇ ਤੇ ਮਾਰੀਆਂ ਨੇ। ਤੇ ਸਣੇ ਗੋਲੀਆਂ ਆਦਮੀ ਨਾਲ ਤੇ ਹਾਥੀ ਡਿੱਗਦੇ ਸਣੇ ਮਾਰੀਆਂ ਨੇ। ਸ਼ਾਹ ਮੁਹੰਮਦ ਦਾ ਇੱਕ ਸਰਕਾਰ
ਬਚਨ ਸੀ ਉੱਥੇ ਪੂਰਾ ਹੋਇਆ। ਉਹ ਮਲੇਸ਼ ਖਾਲਸਾ ਫਿਰ ਜਿਹੜਾ ਸਤਿਗੁਰਾਂ ਨੇ ਪਹਿਲਾਂ ਸੁੱਟੀਆਂ ਸਨ ਬੰਦੂਕਾਂ ਸਤਲੁਜ 'ਚ, ਇਹਨਾਂ ਨੂੰ ਫਿਰ ਬਾਅਦ 'ਚ ਸੁੱਟੀਆਂ ਪਈਆਂ ਆਣ ਕੇ ਹਾਰ ਗਏ ਨੇ। ਸਤਿਗੁਰ ਫਿਰ ਆ ਗਏ ਨੇ, ਸ੍ਰੀ ਭੈਣੀ ਸਾਹਿਬ ਲਾਈਆਂ ਆਣ ਕੇ ਫਿਰ ਕਈ ਚਿਰ ਫਿਰ ਹੱਟੀ ਕਰਦੇ ਰਹੇ ਨੇ, ਖੇਤੀਬਾੜੀ ਕਰਦੇ ਰਹੇ। 20 ਸਾਲ ਬੈਠ ਕੇ ਫਿਰ ਉਹਨਾਂ ਨੇ ਤਪ ਕੀਤਾ ਉੱਥੇ ਅਕਾਲ ਕੁੰਡੇ 'ਚ ਬੈਠ ਕੇ। ਤਾਂ ਫਿਰ ਜਿਹੜੀ ਵੀ ਰਸਨਾ ਦੇ ਬਚਨ ਜਿਹੜਾ ਹੁੰਦਾ ਸੀ ਉਹ ਫਿਰ ਪੂਰਾ ਹੁੰਦਾ ਸੀ, ਕਿਉਂਕਿ ਕਹਿੰਦੇ ਨੇ ਕਿ 20 ਬਰਸ ਦੇ ਸਰਸ ਬਿਤਾਏ ਬਦਲੀ ਜੇ ਜਪ ਜਾਪ ਕੀ ਮਾਰੇ। 20 ਸਾਲ ਰਹਿ ਕੇ ਉੱਥੇ ਜਦੋਂ ਭਜਨ ਬੰਦਗੀ ਕੀਤੀ ਤਾਂ ਫਿਰ ਜੋ ਵੀ ਬਚਨ ਰਸਨਾ ਤੇ ਆਉਂਦਾ ਸੀ ਫਿਰ ਉਹ ਪੂਰਾ ਹੁੰਦਾ ਹੈ, ਕਿਉਂਕਿ ਦਾਸੀ ਜੋ ਨਾਮ ਕੀ ਪ੍ਰਸਾਦ ਪ੍ਰਕਾਸ਼ੀ ਰਿਤੀ ਸਿੱਧੀ ਸੋਏ ਭਾਸੀ ਬਾਣੀ ਮੈਂ ਤਾਂ ਸਿਰ ਭਜਨ ਪੜਾਏ ਗਏ। ਜਿੰਨੀਆਂ ਵੀ ਰਿਤੀਆਂ ਸਦੀਆਂ 9 ਰਿਤੀਆਂ ਤੇ 12 ਸਦੀਆਂ ਹੁੰਦੀਆਂ ਨੇ ਸਤਿਗੁਰਾਂ ਦੀ ਰਸਨਾ ਦੇ ਆਲੇ ਦੁਆਲੇ ਦੁਨੀਆਂ ਫਿਰਦੀਆਂ ਸਨ। ਪਹਿਲੋਂ ਆਕਾਸ਼ ਵਾਲੀ ਖਾਸ ਮਹਾਨੀਤਾਏ ਫਿਰ ਜੇ ਇਲਾਹੀ ਹੁਕਮ ਹੋਇਆ ਇਹਨਾਂ ਨੂੰ ਉਹਨਾਂ ਸਮਿਆਂ 'ਚ ਭਜਨ ਬੰਦਗੀ ਕਰਦਿਆਂ। ਪਹਿਲੋਂ ਆਕਾਸ਼ ਵਾਲੀ ਖਾਸ ਮਹਾਨੀਤਾਏ ਜੋ ਨਾਮ ਜੀਵਨ को सीख भोग दाएंगे दसम के रस्म बनाओ जग खुशम का खालसा है खास ये लगाएंगे। फिर कहते हैं भी ऐसा इल्हाम होया भाई इतने बैठे ही नहीं हूँ तुसी भजन बंदगी करनी जाके सतगुरु गोबिंद सिंह सच्चे पातशाह दी सिੱਖੀ ਨੂੰ सजाओ जाके उत्थे सारे संसार को नाम दे जफे दो जाके। सतगुਰਾਂ फिर ਉਹ ਇਲਾਹੀ ਜਿਹੜਾ ਹੁਕਮ ਹੋਇਆ ਉਸ ਦੀ ਪਾਲਣਾ ਕਰਦੇ ਹੋਏ ਫਿਰ ਉਹ ਚੁੱਪਾ ਹੁਕਮ ਪਰਮੇਸ਼ ਕਾ ਵਿਸ਼ੇਸ਼ सतगुਰਾਂ फिर आन के फिर संसार का भला करना शुरू किया है ते आन के जिन्ने भी राज पे पे सन भुले भटके पराए पे सन उन्होंने फिर नाम का छक्का देता है। वो जिन्ने खान से दुरी तुम जानी गुरु राम सिंह
ਸਤਿਗੁਰਾਂ ਫਿਰ ਜਗ੍ਹਾ ਜਗ੍ਹਾ ਜਾ ਕੇ ਦੌਰੇ ਕੀਤੇ ਨੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਸਿੱਖੀ ਮੁਰਝਾਈ ਹੋਈ ਸੀ ਉਹਨੂੰ ਫਿਰ ਹਰਾ ਪਿਆ ਕੀਤਾ ਸਤਿਗੁਰਾਂ ਆਣ ਕੇ। ਫਿਰ ਕਹਿੰਦੇ ਨੇ ਨਾਨਕ ਕੀ ਬਾਣੀ ਮੁਰਝਾਈ ਵੇਖ ਚੀਨੀ ਵਾਲੇ, ਨਾਮ ਵਿਚਾਰ ਤਾਈ ਸੀਚਿਆ ਸੀ ਆਣ ਕੇ। ਕੱਜ ਦਿੱਤੇ ਹੇ ਫਿਰ ਦੇਰ ਨਾ ਲਗਾਈ ਜਰਾ, ਧਰਮ ਨੂੰ ਬਚਾਇਆ ਦੇ ਸਹਾਰਾ ਦਇਆ ਮਾਰ ਕੇ। ਨਾਮ ਧਾਰੀ ਪੰਥ ਭਾਰੀ ਜਾਰੀ ਕੀਆ ਜਗ ਵਿੱਚ, ਨੀਚਤਾ ਹਟਾਈ ਨਰ ਨਾਰੀ ਦੀ ਹੈ ਆਣ ਕੇ। ਪਹਿਲਾ ਨਾਮ ਜਪਿਆ ਜਪਾਇਆ ਫਿਰ ਸਾਰਿਆ, ਤੇ ਸੁੱਤੀ ਹੋਈ ਸਿੱਖੀ ਨੂੰ ਜਗਾਇਆ ਫਿਰ ਆਣ ਕੇ। ਦੁਖੀਆਂ ਦੇ ਸੰਗੀ ਮਿਹਰਬਾਨ ਗੁਰੂ ਆਪ ਸਿੰਘ, ਸੇਵਕਾਂ ਦੇ ਪਾਲੀ ਮਾਲੀ ਵਾਲੀ ਦੋ ਜਹਾਨ ਦੇ। ਸਭ ਤੋਂ ਫਿਰ ਸੰਸਾਰ ਦੀ ਜ਼ਿੰਮੇਵਾਰੀ ਚੁੱਕੀ ਹੈ। ਫਿਰ ਉਹ ਜਿਹੜੀ ਸਿੱਖੀ ਬਣੀ ਹੋਈ ਸੀ ਨਾ ਉਹਨੂੰ ਆਣ ਕੇ ਜਗਾਇਆ। ਫਿਰ 10 ਸਾਲਾਂ ਦੇ ਵਿੱਚ 7 ਲੱਖ ਨਾਮਧਾਰੀ ਬਣਾ ਕੇ ਰੱਖ ਦਿੱਤਾ ਉਹਨਾਂ ਸਮਿਆਂ ਦੇ ਵਿੱਚ। ਜਦ ਕੀ ਕਹਿੰਦੇ ਨੇ ਕਿ ਉਹਨਾਂ ਸਮਿਆਂ ਦਾ 18 ਲੱਖ ਟੋਟਲ ਸੀ ਜਨਸੰਖਿਆ, 7 ਲੱਖ ਵਿੱਚੋਂ ਸਤਿਗੁਰਾਂ ਨਾਮਧਾਰੀ ਬਣਾਤਾ ਉਹਨਾਂ ਸਮਿਆਂ ਵਿੱਚ। ਉਹ ਸੁੱਤਾ ਸਖੀ ਵਾਲਾ ਟੁੱਟਾ ਕਿਉਂਕਿ ਗੱਫੇ ਲੈ ਕੇ ਆਏ ਸਨ ਨਾਮ ਦੇ। ਉਸੇ ਤਰ੍ਹਾਂ ਹੀ ਫਿਰ ਵਰਤਾਣਾ ਸ਼ੁਰੂ ਕੀਤਾ ਇਹਨਾਂ ਨੇ। ਤਾਰ ਕੇ ਮੂਰਤ ਹੈ ਜਗਿਆ ਨਾਮ ਖਜ਼ਾਨੇ ਦਾ ਮੋਤੀ ਜੋ ਭਾਰੀ, ਅਗਿਆਨ ਦਾ ਤਿਮਰ ਮਿਟਾ ਕੇ ਖਾਤਰ ਸੂਰਜ ਨਾਮ ਕੀਆ ਉਜਿਆਰੀ। संसार का भला करने वास्ते 3 फरवरी 1816 ईस्वी माघ सुदी पंचमी 1872 फिक्र में आन के वीरवार वाले दिन भाग लाया इस संसार में। तो फिर सारे पासे खुशियां की लहर, क्योंकि सतगुरु आन के फिर वो जिन्होंने कोने मोने संसार आन के अमृत छका के फिर सिख बनाता। सुबो सतगुरु राम सिंह जी इलाही जोत संसार में आई उन्होंने ये 206वां प्रकाश पर्व सारा संसार इस वक्त मना रहा है। 1.5-2 महीने तो मना रहा है, ये होले तक चलता ही रहना है। 206वां प्रकाश पर्व इतने नामधारी समाज में तो सारा साल मनाना है। सो इस पुरब की आप सबको लख लख बधाई दिता होया दास इत्थे ही किमत जज के सत श्री अकाल।
ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਜੀ ਸਾਹਿਬ ਪਾਤਸ਼ਾਹ ਜੀ 12ਵੀਂ ਪ੍ਰਥਮ ਪ੍ਰਗੋਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ। ਫਿਰ ਗੁਰੂ ਤੇ ਅਮਰਦਾਸ ਰਾਮਦਾਸ ਹੋਏ ਸਾਏ ਅਰਜਨ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਇਆ ਜਿਸ ਜਿਠੇ ਸਭ ਦੁਖ ਜਾਏ ਤੇ ਭਾਦਰ ਸਿੰਧੀ ਘਰ ਹੋਣ ਦਾਵਾ ਧਾਏ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਥਾਈ ਵਿਸਤਾਰ। ਸ੍ਰੀ ਗੁਰੂ ਬਾਲਕ ਸਿੰਘ ਸਿਮਰੇ ਜਿਨ੍ਹਾਂ ਧਰਮ ਦਾ ਮਾਰਗ ਦਿਆ ਬਤਾਏ। ਅਕਾਲ ਪੁਰਖ ਸਤਿਗੁਰੂ ਰਾਮ ਸਿੰਘ ਜੀ ਦਾ ਜਮ ਤੋਂ ਲਿਆ ਛਡਾਏ। ਜੋਤ ਦਾ ਦਰਮਾ ਸਤਿਗੁਰੂ ਹਰਿ ਸਿੰਘ ਸਿਮਰਿਏ ਟੁੱਟੀ ਸਿੱਖੀ ਲਈ ਬੁਲਾਏ। ਧੰਨ ਧੰਨ ਸਤਿਗੁਰੂ ਪ੍ਰਤਾਪ ਸਿੰਘ ਵੱਡੇ ਪ੍ਰਤਾਪ ਵਾਲੇ ਸਿਮਰਿਏ ਜਿਨ੍ਹਾਂ ਕਾਜਲ ਵਿੱਚ ਸੁਧ ਸੋਧ ਨਾਮ ਬਾਣੀ ਦਾ ਪ੍ਰਵਾਹ ਦਿਆ ਚਲਾਏ। ਮਿਹਰਬਾਨ ਸਤਿਗੁਰੂ ਜਗਜੀਤ ਸਿੰਘ ਸਿਮਰਿਏ ਜਨਮ ਮਰਨ ਦੁਖ ਜਾਏ। ਪਹਿਲੇ ਦੇ ਮਾਲਕ ਹਾਜ਼ਰਾ ਹਜ਼ੂਰ ਸਤਿਗੁਰੂ ਦੇ ਸੰਸਤੇ ਪਾਤਸ਼ਾਹ ਜੀ ਸਰਬ ਥਾਈ ਹੋ ਜੀ ਸਹਾਇ। ਗੁਰੂ ਜੀ ਕੇ ਚਾਰ ਸਾਹਿਬਾਂ ਦੇ ਪੰਜ ਪਿਆਰੇ 40 ਮੁਕਤੇ 80 ਸ਼ਹੀਦ ਬੇਅੰਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਕਰਕੇ ਆਪ ਜੀ ਦਾ ਨਾਮ ਚਿਤਾਵੇ। ਸਤਿਗੁਰੂ ਜੀ ਅਸੀਂ ਸਦਾ ਹੀ ਭੁੱਲਣਹਾਰ ਜੀ ਮਹਾ ਬਖਸ਼ਣ ਦਾ ਪਿਤਾ ਕਰੋ ਕਰੋ ਸਾਨੂੰ ਸਿੱਖੀ ਸਿੱਧਕ ਭਰੋਸੇ ਦੀ ਦਾਤ ਬਖਸ਼ੋ। ਨਾਮ ਦਾਨ ਸਨਾਨ ਅੰਮ੍ਰਿਤ ਵੇਲੇ ਦਾ ਜਾਗਣਾ ਸਣੇ ਕਿਸੇ ਇਸ਼ਨਾਨ ਕਰਨ ਦਾ ਬਲ ਬਖਸ਼ੋ। ਸਾਧ ਦਾ ਸੰਗ ਨਾਮ ਦਾ ਰੰਗ ਭਜਨ ਬਾਣੀ ਦਾ ਪ੍ਰਤਾਪ ਬਖਸ਼ੋ। ਦੁੱਖਾਂ ਕਲੇਸ਼ਾਂ ਮਾਂ ਮਿਲੇਸ਼ਾਂ ਤੋਂ ਸਦਾ ਵਾਸਤੇ ਆਪਣਾ ਮਿਹਰ ਭਰਿਆ ਦੇ ਕੇ ਰੱਖ ਲੋ ਬਖਸ਼ ਲੋ ਆਪਣੀ ਚੰਗੀ ਲਾਈ ਰੱਖੋ ਸੱਚੇ ਪਾਤਸ਼ਾਹ। ਆਪ ਦੇ ਚਰਨਾਂ 'ਚ ਅਰਦਾਸ ਸਾਡਾ ਧਰਮ ਤੇ ਕਰਮ ਬਣਿਆ ਰਹੇ। ਸਤਿਗੁਰੂ ਰਾਮ ਸਿੰਘ ਸਤਿਗੁਰੂ ਜਗਜੀਤ ਸਿੰਘ ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾਹ ਆਪ ਜੀ ਦੀ ਅਪਾਰ ਕਿਰਪਾ ਦੇ ਨਾਲ ਚਰਨਾਂ ਦਾ ਓਟ ਆਸਰਾ ਲੈ ਕੇ ਆਪ ਜੀ ਦੀਆਂ ਪਿਆਰੀਆਂ ਸੰਗਤਾਂ ਆਪ ਜੀ ਦੇ ਪੁੱਤਰ ਪਾਵਨ ਨਾਮ ਦਾ ਸਿਮਰਨ ਕੀਤਾ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਕਿਰਪਾ ਕਰੋ ਦਰ ਤੇ ਪ੍ਰਮਾਣ ਕਰੋ ਜਦ ਘੜੀਆਂ ਆਪਣੀ ਦਰਗਾਹ 'ਚ ਮਨਜ਼ੂਰ ਕਰੋ। ਕਿਰਪਾ ਕਰੋ ਆਪਣੇ ਸਰਵ ਸਰੂਪ ਦਾ ਦੇ ਕਰਕੇ ਦਰਸ਼ਨ ਬਖਸ਼ੋ। ਇਸੇ ਸਮੇਂ ਅੰਦਰ ਆਪ ਜੀ ਸੱਚੇ ਪਾਤਸ਼ਾਹ ਪੁੱਤਰ ਗੁਰਬਾਣੀ ਇਤਿਹਾਸ ਪੜ੍ਹੇ ਗਏ ਨੇ ਹਰ ਜਸ ਕੀਤਾ ਗਿਆ। ਸੱਚੇ ਪਾਤਸ਼ਾਹ ਕਿਰਪਾ ਕਰੋ ਆਪਣੇ ਦਰ ਤੇ ਪ੍ਰਮਾਣ ਕਰੋ ਜਦ ਘੜੀਆਂ ਆਪਣੀ ਦਰਗਾਹ 'ਚ ਮਨਜ਼ੂਰ ਕਰੋ। ਸਤਿਗੁਰੂ ਰਾਮ ਸਿੰਘ ਸਤਿਗੁਰੂ ਜਗਦੀਸ਼ ਸਿੰਘ ਸਤਿਗੁਰੂ ਦੇ ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਦੇ ਨਾਲ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਅੱਜ ਦਾ ਵੇਲਾ ਆਪ ਜੀ ਦੇ ਦਰ ਕਰਦੇ ਸੇਵਕ ਸੰਤ ਸੁਰਿੰਦਰ ਸਿੰਘ ਸੱਚੇ ਪਾਤਸ਼ਾਹ ਮੇਲਾ ਕਰਾਉਂਦੇ ਨੇ। ਕਿਰਪਾ ਕਰੋ ਜਿਨ੍ਹਾਂ ਖਜ਼ਾਨਿਆਂ ਵਿੱਚੋਂ ਇਹ ਮਾਇਆ ਇਹ ਮੇਲੇ ਦੀ ਸੱਚੇ ਪਾਤਸ਼ਾਹ ਸੋ ਖਜ਼ਾਨੇ ਭਰਪੂਰ ਹੋਣ ਆਪ ਜੀ ਦੀ ਕਿਰਪਾ ਦੇ ਨਾਲ। ਪਰਿਵਾਰ ਵਿੱਚ ਆਪਸ ਪਿਆਰ ਮੁਹੱਬਤ ਬਖਸ਼ੋ ਸੱਚੇ ਪਾਤਸ਼ਾਹ। ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ੋ। ਸਣੇ ਕਿਸੇ ਇਸ਼ਨਾਨ ਕਰਨ ਦਾ ਬਲ ਬਖਸ਼ੋ। ਸਾਧ ਦਾ ਸੰਗ ਨਾਮ ਦਾ ਰੰਗ ਭਜਨ ਬਾਣੀ ਦਾ ਪ੍ਰਤਾਪ ਬਖਸ਼ੋ। ਦੁੱਖਾਂ ਕਲੇਸ਼ਾਂ ਮਾਂ ਮਿਲੇਸ਼ਾਂ ਨੂੰ ਸਦਾ ਵਾਸਤੇ ਦੂਰ ਰੱਖੋ। ਸਦਾ ਵਾਸਤੇ ਸੱਚੇ ਪਾਤਸ਼ਾਹ ਆਪਣੀ ਚਰਨੀ ਲਾਈ ਰੱਖੋ ਆਪਣਾ ਬਣਾਈ ਰੱਖੋ। ਕਾਰੋਬਾਰ ਤੇ ਚੜ੍ਹਦੀਆਂ ਕਲਾ ਹੋਵੇ ਆਪ ਦੀ ਕਿਰਪਾ ਦੇ ਨਾਲ। ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਦੇ ਨਾਲ ਜਿੱਤੇ ਹੋਏ ਪਦਾਰਥਾਂ ਵਿੱਚ ਤੋਂ ਰਹੇ ਸੁੱਧ ਮਿਸ਼ਠਾਨ ਪ੍ਰਸ਼ਾਦ ਹਾਜ਼ਰ ਹੈ। ਆਪ ਜੀ ਕੀ ਰਸਨੀ ਲਾਇਕ ਹੋਏ ਜੋ ਜੀ ਸਕੇ ਸੋ ਆਪ ਜੀ ਦਾ ਨਾਮ ਜਪੇ ਅਤੁੱਟ ਭੰਡਾਰੇ ਬਰਤਨ ਨਾ ਵਿਸਰੋ ਨਾ ਵਿਸਾਰੋ ਰੱਖ ਲੋ ਬਖਸ਼ੋ ਦੇ ਕਰਕੇ ਦਰਸ਼ਨ ਦਿਓ। ਅਰਦਾਸ ਕਰਦੇ ਪ੍ਰਵਾਨ ਕਰੋ ਦੇਹੋ ਦਿਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਕਾ ਜੋ ਬੋਲੇ